ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਦੂਜਾ ਵਿਆਹ ਕਹਾਣੀ ਜੋ ਕਿ ਇੱਕ ਸੱਚੀ ਕਹਾਣੀ ਹੈ। ਆਓ ਇਸ ਨੂੰ ਸ਼ੁਰੂ ਕਰੀਏ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਇਹ ਕਹਾਣੀ ਰਮਨਦੀਪ ਔਰ ਰਿੰਮੀ ਵੱਲੋਂ ਲਿਖੀ ਗਈ ਹੈ। ਮੇਰੇ ਤਲਾਕ ਹੋਏ ਨੂੰ 2 ਸਾਲ ਦਾ ਸਮਾਂ ਬੀਤ ਗਿਆ ਸੀ, ਪਰ ਅਜੇ ਤੱਕ ਕੋਈ ਵੀ ਮੁੰਡਾ ਮੇਰੇ ਦੂਜੇ ਵਿਆਹ ਲਈ ਮੇਰੇ ਪਰਿਵਾਰ ਨੂੰ ਪਸੰਦ ਨਹੀਂ ਸੀ ਆਇਆ। ਰਿਸ਼ਤੇ ਤਾਂ ਬਹੁਤ ਆ ਰਹੇ ਸਨ, ਪਰ ਕਿਸੇ ਵਿੱਚ ਕੋਈ ਕਮੀ, ਕਿਸੇ ਵਿੱਚ ਕੋਈ ਮੇਰੇ ਬੇਟੇ ਨੂੰ ਰੱਖਣੋਂ ਨਾ ਕਰ ਦਿੰਦਾ। ਇਸ ਕਰਕੇ ਕਿਤੇ ਵੀ ਗੱਲ ਅੱਗੇ ਨਾ ਵਧਦੀ। ਫਿਰ ਅਗਸਤ 2019 ਨੂੰ ਮੈਨੂੰ ਮੇਰੇ ਭਤੀਜੇ ਜੋ ਆਂਢ ਗੁਆਂਢ ਵਿੱਚੋਂ ਨੇ ਇੱਕ ਆਂਟੀ ਦਾ ਨੰਬਰ ਦਿੱਤਾ ਅਤੇ ਉਸ ਨੂੰ ਵੀ ਮੇਰਾ ਨੰਬਰ ਦੇ ਦਿੱਤਾ। ਨਾਲ ਹੀ ਮੇਰੀ ਫੋਟੋ ਵੀ ਉਸ ਨੂੰ ਭੇਜ ਦਿੱਤੀ। ਹੁਣ ਉਹ ਆਂਟੀ ਰੋਜ਼ ਮੈਨੂੰ 1-2 ਮੁੰਡਿਆਂ ਦੀ ਫੋਟੋਆਂ ਭੇਜਦੀ ਰਹਿੰਦੀ, ਪਰ ਉਹੀ ਪੰਗਾ ਰੋਜ਼ ਪੈ ਜਾਂਦਾ। ਕਿਤੇ ਗੱਲ ਨਾ ਤੁਰਦੀ। ਕਿੰਨੀ ਵਾਰੀ ਉਹ ਮੈਨੂੰ ਘਰ ਵੀ ਮਿਲਣ ਲਈ ਆਈ, ਪਰ ਉਹ ਪੈਸੇ ਲੈ ਕੇ ਰਿਸ਼ਤੇ ਕਰਵਾਉਂਦੀ ਸੀ। ਇਸ ਕਰਕੇ ਮੇਰੇ ਪਰਿਵਾਰ ਵਾਲੇ ਜੋ ਦੇਖਣ ਜਾਂਦੇ ਤਾਂ ਮੁੰਡੇ ਵਿੱਚ ਕੋਈ ਨਾ ਕੋਈ ਖੋਟ ਹੁੰਦੀ। ਫਿਰ ਅਪ੍ਰੈਲ 2020 ਨੂੰ ਇੱਕ ਦਿਨ ਉਸਨੇ ਮੈਨੂੰ ਇੱਕ ਫੋਟੋ ਭੇਜੀ ਅਤੇ ਕਿਹਾ, ਤੇਰੀਆਂ ਸਾਰੀਆਂ ਸ਼ਰਤਾਂ ਮੁੰਡੇ ਵਾਲੇ ਮੰਨ ਗਏ। ਹੁਣ ਤੂੰ ਆਪਣੇ ਘਰਦਿਆਂ ਨੂੰ ਮੁੰਡਾ ਦੇਖਣ ਲਈ ਭੇਜ ਦੇ। ਛੇਤੀ ਕਰਿਓ, ਕਿਤੇ ਕੋਈ ਹੋਰ ਨਾ ਨੰਬਰ ਲਾ ਲਵੇ। ਮੈਨੂੰ ਉਹਦੀਆਂ ਗੱਲਾਂ ਅਜੀਬ ਹੀ ਬਹੁਤ ਲੱਗੀਆਂ, ਪਰ ਮੈਂ ਚਾਹ ਕੇ ਵੀ ਉਸ ਨੂੰ ਕੁਝ ਕਹਿ ਨਾ ਸਕੀ, ਕਿਉਂਕਿ ਜੇ ਮੈਂ ਕੁਝ ਕਹਿੰਦੀ ਸੀ ਤਾਂ ਉਸ ਨੂੰ ਇਹ ਲੱਗਦਾ ਸੀ ਕਿ ਮੈਂ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੀ, ਬਸ ਆਪਣੇ ਪਰਿਵਾਰ ਨੂੰ ਅਤੇ ਉਸ ਨੂੰ ਖੱਜਲ ਖੁਆਰ ਕਰ ਰਹੀ ਹਾਂ। ਕਈ ਦਿਨ ਲੰਘੇ। ਉਸਨੇ ਫਿਰ ਮੈਨੂੰ ਫੋਨ ਕਰਕੇ ਮੁੰਡਾ ਦੇਖਣ ਬਾਰੇ ਪੁੱਛਿਆ ਤਾਂ ਮੈਂ ਆਪਣੇ ਘਰ ਨੂੰ ਸਾਰਿਆਂ ਨੂੰ ਮੁੰਡੇ ਦੀ ਫੋਟੋ ਦਿਖਾਈ ਅਤੇ ਸਾਰੀਆਂ ਗੱਲਾਂ ਸਪਸ਼ਟ ਤੇ ਜਿਵੇਂ ਜਿਵੇਂ ਮੈਨੂੰ ਉਸ ਆਂਟੀ ਨੇ ਦੱਸੀਆਂ ਸੀ ਉਵੇਂ ਹੀ ਦੱਸ ਦਿੱਤੀਆਂ। ਕਈ ਦਿਨ ਮੇਰੇ ਪਰਿਵਾਰਕ ਮੈਂਬਰਾਂ ਨੇ ਆਪਸ ਵਿੱਚ ਸਲਾਹ ਕੀਤੀ ਅਤੇ ਫਿਰ ਮੇਰੇ ਭਰਾ ਨੂੰ ਹੀ ਸਭ ਤੋਂ ਪਹਿਲਾਂ ਮੁੰਡਾ ਦੇਖਣ ਲਈ ਕਿਹਾ ਗਿਆ। ਮੁੰਡਾ ਮੇਰੇ ਪਿੰਡ ਤੋਂ 4-5 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਵਿੱਚ ਹੀ ਰਹਿੰਦਾ ਸੀ। ਉੱਦਾਂ ਉਹ ਕਿਸੇ ਪਿੰਡ ਤੋਂ ਸੀ, ਪਰ ਬਹੁਤ ਸਮੇਂ ਤੋਂ ਹੀ ਉੱਥੇ ਰਹਿ ਰਹੇ ਸਨ। ਖੈਰ, ਇੱਕ ਦਿਨ ਮੇਰਾ ਭਰਾ ਆਪਣੀ ਦੁਕਾਨ ਜੋ ਕਿ ਉਸੇ ਸ਼ਹਿਰ ਵਿੱਚ ਹੈ ਬੰਦ ਕਰਕੇ ਉਸ ਮੁੰਡੇ ਨੂੰ ਮਿਲਣ ਚਲਾ ਗਿਆ। ਵਿਚੋਲੇ ਉਸ ਨੂੰ ਉਸ ਮੁੰਡੇ ਦੀ ਵਰਕਸ਼ਾਪ ਵਿੱਚ ਹੀ ਲੈ ਗਏ। ਉਹ ਪਹੁੰਚੇ ਤਾਂ ਉਹ ਸਾਹਮਣੇ ਮਸ਼ੀਨ ਦੀ ਮੁਰੰਮਤ ਕਰਨ ਵਿੱਚ ਰੁੱਝਿਆ ਹੋਇਆ ਸੀ। ਵਿਚੋਲਿਆਂ ਨੂੰ ਦੇਖ ਕੇ ਉਸਨੇ ਕੰਮ ਬੰਦ ਕੀਤਾ ਅਤੇ ਗੱਲਬਾਤ ਕਰਨ ਲੱਗ ਗਿਆ। 10 ਕੁ ਮਿੰਟ ਗੱਲਾਂ ਕਰਕੇ ਮੇਰੇ ਭਰਾ ਨੇ ਉਸ ਨੂੰ ਕਿਹਾ, ਚਲੋ ਠੀਕ ਹੈ ਜੀ, ਕਿਸੇ ਦਿਨ ਘਰ ਦਿਖਾ ਦਿਓ ਮੈਨੂੰ ਆਪਣਾ, ਟਾਈਮ ਜਿਹਾ ਕੱਢ ਕੇ, ਫਿਰ ਅੱਗੇ ਗੱਲ ਕਰੀਏ ਆਪਾਂ। ਉਸਨੇ ਦੱਸਿਆ, ਕੋਈ ਨਹੀਂ ਵੀਰੇ, ਮਿੱਲਾਂ ਦੀ ਬਿਜਲੀ ਦਾ ਬੁੱਧਵਾਰ ਨੂੰ ਕੱਟ ਹੁੰਦਾ। ਉਸ ਦਿਨ ਮੈਂ ਕਿਸੇ ਪਾਸੇ ਘੁੰਮਣ ਲੰਘ ਜਾਂਦਾ ਹੁੰਦਾ ਏ। ਇਸ ਬੁੱਧਵਾਰ ਮੈਂ ਘਰ ਹੀ ਰੁਕ ਜਾਊਂਗਾ, ਤੁਸੀਂ ਜਦ ਮਰਜ਼ੀ ਆ ਜਾਇਓ ਉਸ ਦਿਨ। ਮੇਰਾ ਭਰਾ ਉਸ ਨੂੰ, ਠੀਕ ਹੈ ਜੀ, ਆ ਜਾਊਂਗਾ ਮੈਂ ਸ਼ਾਮ ਨੂੰ ਦੁਕਾਨ ਬੰਦ ਕਰਕੇ। ਆਉਣ ਤੋਂ ਪਹਿਲਾਂ ਮੈਂ ਆਂਟੀ ਨੂੰ ਫੋਨ ਕਰਕੇ ਦੱਸ ਦਊਂ, ਦਿਨ ਵਿੱਚ ਤੁਸੀਂ ਜਿੱਥੇ ਮਰਜ਼ੀ ਘੁੰਮ ਆਇਓ। ਕਹਿ ਕੇ ਮੇਰਾ ਭਰਾ ਘਰ ਆ ਗਿਆ। ਫਿਰ ਸਾਰੇ ਪਰਿਵਾਰ ਨੇ ਬੈਠ ਕੇ ਆਪਸ ਵਿੱਚ ਗੱਲ ਕੀਤੀ। ਜਿਵੇਂ ਦੀਆਂ ਗੱਲਾਂ ਉਸ ਮੁੰਡੇ ਨੇ ਉਸਦੇ ਨਾਲ ਕੀਤੀਆਂ ਸੀ, ਉਸਨੇ ਸਾਰੀਆਂ ਮੰਮੀ ਪਾਪਾ ਨੂੰ ਦੱਸ ਦਿੱਤੀਆਂ ਅਤੇ ਫਿਰ ਆਪਣੀ ਉਸਦਾ ਘਰ-ਬਾਰ ਦੇਖਣ ਵਾਲੀ ਸਲਾਹ ਵੀ ਉਹਨਾਂ ਨਾਲ ਕਰ ਲਈ ਅਤੇ ਬੁੱਧਵਾਰ ਨੂੰ ਜਾ ਕੇ ਉਸਦਾ ਘਰ ਦੇਖ ਆਇਆ। ਸ਼ਾਮ ਨੂੰ ਘਰ ਆ ਕੇ ਉਸਨੇ ਦੱਸਿਆ, ਘਰ ਖੁੱਲ੍ਹਾ ਏ, 3 ਬੇਸ ਵਿੱਚ ਬਣਿਆ ਹੋਇਆ ਏ, ਪੱਕਾ ਏ ਸਾਰਾ ਅੰਦਰ, ਕਾਲੇ ਫਰਸ਼ ਨੇ, ਪਰ ਵਿਹੜੇ ਵਿੱਚ ਲੌਕ ਐਂਟ ਲੱਗੀ ਹੋਈ ਏ। ਕਿਰਾਏ 'ਤੇ ਦਿੱਤਾ ਹੋਇਆ ਇੱਕ ਰੂਮ ਤਾਂ 2 ਖਾਲੀ ਨੇ, ਉਹਨਾਂ ਵਿੱਚੋਂ ਇੱਕ ਦੀ ਅਜੇ ਤਿਆਰੀ ਨਹੀਂ ਹੋਈ। ਮੈਨੂੰ ਤਾਂ ਠੀਕ ਹੈ, ਬਾਕੀ ਤੁਸੀਂ ਦੇਖ ਲਓ, ਇਹਨੂੰ ਪੁੱਛ ਲਓ, ਬਾਕੀ ਸਲਾਹ ਕਰ ਲਓ। ਫਿਰ ਦੇਖਣ ਨੂੰ ਕਹਿੰਦੇ ਨੇ, ਉਹ ਫਿਰ ਟਾਈਮ ਦੇ ਦੇਈ ਉਹਨਾਂ ਨੂੰ। ਇੱਕ ਤਰ੍ਹਾਂ ਮੇਰੇ ਭਰਾ ਨੂੰ ਉਹ ਤੇ ਉਸਦਾ ਘਰ ਪਸੰਦ ਆ ਚੁੱਕਿਆ ਸੀ, ਪਰ ਮੈਨੂੰ ਪਤਾ ਨਹੀਂ ਕਿਉਂ ਮੁੰਡੇ ਦੀ ਉਮਰ ਵੱਧ ਲੱਗ ਰਹੀ ਸੀ। ਉਹਨਾਂ ਨੇ 37 ਸਾਲ ਦੱਸੀ ਸੀ, ਪਰ ਮੈਨੂੰ ਉਹ 42-43 ਸਾਲ ਦਾ ਲੱਗਦਾ ਸੀ। ਮੈਂ ਅਜੇ ਮਨ ਹੀ ਮਨ ਕੁਝ ਕਹਿਣ ਦੀ ਸੋਚ ਹੀ ਰਹੀ ਸੀ ਕਿ ਮੰਮੀ ਬੋਲ ਪਏ, ਪਹਿਲਾਂ ਕੀ ਗੱਲ ਹੋ ਗਈ ਸੀ, ਤਲਾਕ ਕਾਹਤੋਂ ਹੋਇਆ ਏ? ਉਹ ਤਾਂ ਕਹਿੰਦੇ ਵੀ ਕੁੜੀ ਦੀ ਹੀ ਗਲਤੀ ਸੀ। ਕਹਿੰਦੇ ਇਹਨੂੰ ਕੰਮ ਤੇ ਤੋਰ ਕੇ, ਜਵਾਕਾਂ ਨੂੰ ਸਕੂਲ ਤੋਰ ਕੇ ਉਹ ਕੱਪੜੇ ਪਾ ਕੇ ਲੰਘ ਜਾਂਦੀ ਸੀ ਕਿਧਰੇ, ਸ਼ਾਮ ਨੂੰ ਆ ਜਾਂਦੀ ਸੀ। ਕਹਿੰਦੇ ਇਹਦੇ ਆਉਣ ਤੋਂ ਪਹਿਲਾਂ। ਮੇਰੇ ਭਰਾ ਨੇ ਦੱਸਿਆ। ਹੋਰ ਕੌਣ ਕੌਣ ਹੈ, ਟੱਬਰ ਕਿੱਡਾ ਕੁ ਹੈ? ਮੰਮੀ ਨੇ ਅੱਗੇ ਸਵਾਲ ਕੀਤਾ। 2 ਭੈਣਾਂ ਨੇ, ਵਿਆਹੀਆਂ ਹੋਈਆਂ ਨੇ, ਰਹਿੰਦੀਆਂ ਪਰ ਸ਼ਹਿਰ ਵਿੱਚ ਹੀ ਨੇ। ਇਹਦੇ ਘਰ ਤੋਂ ਫਰਕ ਨਾ, ਛੋਟਾ ਭਰਾ ਨਾਲ ਹੀ ਮਕਾਨ ਹੈ, ਉੱਥੇ ਰਹਿੰਦਾ ਏ, ਅੱਡ ਹੈ। ਇਹ ਇਕੱਲਾ ਅੱਡ ਹੈ। ਬੇਬੇ ਬਾਪੂ ਤਾਂ ਕਹਿੰਦੇ ਨਿਆਣੇ ਹੁੰਦਿਆਂ ਦੇ ਮੁੱਕ ਗਏ ਸੀ, ਮੇਰੇ ਭਰਾ ਨੇ ਦੱਸਿਆ। ਇਹਦੇ ਜਵਾਕ ਨਹੀਂ ਸੀ ਕੋਈ,
ਮੰਮੀ ਪੁੱਛਣ ਲੱਗੇ, ਹੈਗੇ ਸੀ? ਕਹਿੰਦੇ 2 ਜਵਾਕ, ਮੁੰਡਾ ਕੁੜੀ। ਉਹ ਨਾਲ ਹੀ ਲੈ ਗਈ। ਉਹਨਾਂ ਦਾ ਤਾਂ ਕਹਿੰਦੇ ਨਿਬੜਿਆ ਹੋਇਆ ਏ। ਸਾਰਾ ਮੇਰੇ ਭਰਾ ਨੇ ਦੱਸਿਆ। ਦੇਣ ਲੈਣ ਦੀ ਗੱਲ ਪਹਿਲਾਂ ਖੋਲ੍ਹ ਲੈਂਦਾ, ਨਾਲੇ ਗਗਨ ਦੀ ਗੱਲ ਪਹਿਲਾਂ ਕਰਨੀ ਹੈ, ਬਾਅਦ ਵਿੱਚ ਅਗਲਾ ਫਿਰ ਬੋਲੂ ਨਹੀਂ। ਮੰਮੀ ਨੇ ਕਿਹਾ, ਸਾਰੀ ਗੱਲ ਕਰ ਲਈ ਮੈਂ ਪਹਿਲਾਂ ਉਹਨਾਂ ਨਾਲ। ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ। ਭਰਾ ਨੇ ਜਵਾਬ ਦਿੱਤਾ। ਪੜ੍ਹਿਆ ਕਿੰਨਾ ਕੁ ਹੋਇਆ ਏ? ਉਹ ਤਨਖਾਹ ਕਿੰਨੀ ਲੈਂਦਾ ਏ ਕੰਮ ਤੋਂ? ਮੰਮੀ ਨੇ ਪੁੱਛਿਆ। ਪੜ੍ਹਿਆ ਤਾਂ 5 ਕੁ 6 ਕੁ ਹੀ ਹੈ। ਊਂ ਬੋਲਣ ਦੀ ਅਕਲ ਹੈ, ਅੰਗਰੇਜ਼ੀ ਵੀ ਵਧੀਆ ਬੋਲਦਾ ਏ। ਬਾਕੀ ਤਨਖਾਹ ਕਹਿੰਦਾ 20 ਕੁ ਬਣ ਜਾਂਦਾ ਏ ਓਵਰ ਟਾਈਮ ਲਾ ਕੇ, ਮੇਰੇ ਭਰਾ ਨੇ ਦੱਸਿਆ। ਚੱਲ ਬਾਕੀ ਤਾਂ ਇਹਨੇ ਆਪੇ ਗੱਲਾਂ ਕਰ ਲੈਣੀਆਂ ਨੇ, ਸਭ ਕਰ ਲਓ ਜਿਵੇਂ ਕਰਨਾ ਏ ਫਿਰ, ਮੰਮੀ ਨੇ ਜਵਾਬ ਦਿੱਤਾ। ਹੁਣ ਮੰਮੀ ਨੇ ਵੀ ਇੱਕ ਤਰ੍ਹਾਂ ਦੀ ਮਨਜ਼ੂਰੀ ਦੇ ਦਿੱਤੀ ਸੀ, ਪਰ ਮੈਨੂੰ ਸੀ ਕਿ ਜਦੋਂ ਦੇਖ ਦਿਖਾਈ ਹੋਵੇਗੀ ਮੈਂ ਉਦੋਂ ਆਪਣੇ ਆਪ ਹੀ ਤਸੱਲੀ ਕਰ ਲੈਣੀ ਹੈ, ਫਿਰ ਹੀ ਮੈਂ ਹਾਂ ਕਰੂੰਗੀ। ਪਰ ਮੈਨੂੰ ਨਹੀਂ ਸੀ ਪਤਾ ਕਿ ਅੱਗੇ ਮੇਰੇ ਨਾਲ ਕੀ ਹੋਣਾ ਏ। ਕਰਦੇ ਕਰਾਉਂਦੇ ਮਈ ਮਹੀਨਾ ਲੰਘ ਗਿਆ, ਜੂਨ ਆ ਗਿਆ। ਫਿਰ 22 ਜੂਨ 2020 ਦਾ ਦੇਖ ਦਿਖਾਈ ਦਾ ਦਿਨ ਰੱਖਿਆ ਗਿਆ ਅਤੇ ਸਾਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਕਰਨ ਲੱਗ ਪਏ। ਪਰ ਮੈਨੂੰ ਬਿਲਕੁਲ ਵੀ ਖੁਸ਼ੀ ਨਹੀਂ ਸੀ ਹੋ ਰਹੀ। ਸਮਝ ਨਹੀਂ ਸੀ ਆ ਰਿਹਾ ਕਿ ਗੱਲ ਕੀ ਹੈ। ਫਿਰ 22 ਨੂੰ ਸਵੇਰੇ ਜਲਦੀ ਕੰਮ ਕਰਕੇ ਸਾਰਾ ਪਰਿਵਾਰ ਤਿਆਰ ਹੋ ਗਿਆ, ਪਰ ਮੇਰੇ ਪਾਪਾ ਨੇ ਜਾਣ ਤੋਂ ਮਨਾ ਕਰਦੇ ਹੋਏ ਕਿਹਾ, ਜੇ ਮੁੰਡਾ ਇਹਦੇ ਫਿੱਟ ਆ ਗਿਆ ਸ਼ਗਨ ਕਰ ਦਿਓ, ਮੈਨੂੰ ਫੋਨ ਕਰ ਲਿਓ ਜਿਵੇਂ ਦਾ ਪ੍ਰੋਗਰਾਮ ਹੋਇਆ। ਅਸੀਂ, ਮੈਂ ਅਤੇ ਮੇਰੇ ਭਰਾ ਭਰਜਾਈ, ਮੰਮੀ, ਭਤੀਜੀ, ਮੇਰਾ ਬੇਟਾ ਸਾਰੇ ਹੀ ਸ਼ਹਿਰ ਦੀ ਮਸ਼ਹੂਰ ਪਾਰਕ ਵਿੱਚ ਪਹੁੰਚ ਗਏ। ਅਸੀਂ ਅਜੇ ਪਾਰਕ ਦੇ ਦਰਵਾਜ਼ੇ 'ਤੇ ਹੀ ਖੜ੍ਹੇ ਸੀ ਕਿ ਮੁੰਡੇ ਦੀ ਭੈਣ ਅਤੇ ਜੀਜਾ ਸਾਡੇ ਕੋਲੋਂ ਲੰਘ ਕੇ ਗਏ। ਮੈਂ ਮੁੰਡੇ ਦੀ ਫੋਟੋ ਦੇਖੀ ਹੋਈ ਸੀ, ਇਸ ਲਈ ਮੈਂ ਉਹਦੀ ਭੈਣ ਨੂੰ ਪਹਿਚਾਣ ਲਿਆ। ਉਹਦੀ ਭੈਣ ਦੀ ਸ਼ਕਲ ਉਹਦੇ ਨਾਲ ਬਹੁਤ ਮਿਲਦੀ ਜੁਲਦੀ ਸੀ। ਉਹ ਮੇਰੇ ਵੱਲ ਧਿਆਨ ਨਾਲ ਦੇਖਦੀ ਕੋਲੋਂ ਲੰਘਦੀ ਹੋਈ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਆਹੀ ਕੁੜੀ ਹੈ, ਮੈਂ ਫੋਟੋ ਦੇਖੀ ਸੀ, ਬਹੁਤ ਸੋਹਣੀ ਕੁੜੀ ਹੈ। ਫਿਰ ਅਸੀਂ ਵੀ ਪਾਰਕ ਅੰਦਰ ਜਾ ਕੇ ਬੈਠ ਗਏ ਅਤੇ ਵਿਚੋਲਣ ਮੇਰੇ ਕੋਲ ਆ ਕੇ ਬੈਠ ਗਈ ਅਤੇ ਮੈਨੂੰ ਸਮਝਾਉਣ ਲੱਗ ਪਈ, ਦੇਖ ਬੇਟਾ, ਹੁਣ ਇਹ ਮੁੰਡਾ ਆਊਗਾ, ਕੰਮ 'ਚ ਬਿਜ਼ੀ ਹੈ, ਤੂੰ ਦੇਖ ਕੇ ਦੱਸ ਦਈਂ ਮੈਨੂੰ ਇਸ਼ਾਰੇ ਨਾਲ। ਮੈਨੂੰ ਉਹਦੀ ਇਹ ਗੱਲ ਪਸੰਦ ਨਹੀਂ ਸੀ ਆਈ। ਮੈਂ ਕਿਹਾ, ਨਹੀਂ ਨਹੀਂ ਆਂਟੀ, ਮੈਂ ਤਾਂ ਪਹਿਲਾਂ ਗੱਲ ਕਰਨੀ ਆ, ਫਿਰ ਦੱਸੂਗੀ। ਉਸਨੇ ਨਾ ਚਾਹੁੰਦੇ ਹੋਏ ਮੈਨੂੰ ਹਾਂ ਵਿੱਚ ਸਿਰ ਹਿਲਾ ਦਿੱਤੀ, ਪਰ ਉਹਦੇ ਚਿਹਰੇ ਨੂੰ ਮੈਂ ਪੜ੍ਹ ਕੇ ਉਹਦੀ ਨਾਂ ਦਾ ਅੰਦਾਜ਼ਾ ਲਗਾ ਲਿਆ ਸੀ। ਫਿਰ ਮੈਨੂੰ ਇੱਕ ਪਰਿਵਾਰ ਵਿੱਚ ਲੈ ਕੇ ਜਾ ਕੇ ਬਿਠਾਇਆ ਗਿਆ ਅਤੇ ਉਹਨਾਂ ਨਾਲ ਮੇਰੀ ਜਾਣ ਪਹਿਚਾਣ ਕਰਾ ਦਿੱਤੀ ਗਈ। ਪਰ ਉਹ ਪਤਾ ਨਹੀਂ ਕਿੱਥੇ ਸੀ, ਨਜ਼ਰ ਹੀ ਨਹੀਂ ਸੀ ਆ ਰਿਹਾ। ਮੇਰੀ ਆਦਤ ਸੀ ਕਿ ਮੈਂ ਬਹੁਤਾ ਕਿਸੇ ਦੀ ਉਡੀਕ ਨਹੀਂ ਕਰ ਸਕਦੀ ਸੀ। ਉਡੀਕ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਕੰਮ ਹੈ। ਉਹ ਆ ਨਹੀਂ ਸੀ ਰਿਹਾ ਤੇ ਵਾਰ-ਵਾਰ ਬਸ ਆ ਰਿਹਾ ਏ ਕਹਿ ਕੇ ਉਹਦੀ ਭੈਣ ਮੇਰੇ ਪਰਿਵਾਰ ਨੂੰ ਚੁੱਪ ਕਰਾ ਕੇ ਬਿਠਾ ਦਿਆ ਕਰਦੀ। ਫਿਰ ਅਚਾਨਕ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਅਜੇ ਜਦੋਂ ਤੱਕ ਮੁੰਡਾ ਨਹੀਂ ਆਉਂਦਾ ਮੇਰੇ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਉਹ ਤਿੰਨੋਂ ਜਣੀਆਂ, ਮੁੰਡੇ ਦੀਆਂ ਦੋਵੇਂ ਭੈਣਾਂ ਅਤੇ ਛੋਟੀ ਭਰਜਾਈ, ਮੇਰੇ ਨਾਲ ਵਾਲੀ ਸੀਮਟ ਦੀ ਕੁਰਸੀ 'ਤੇ ਬੈਠੀਆਂ ਸਨ। ਉਹਨਾਂ ਵਿੱਚੋਂ ਕੁਸਰ ਮੁਸਰ ਸ਼ੁਰੂ ਹੋ ਗਈ। ਮੈਨੂੰ ਸਾਫ਼-ਸਾਫ਼ ਸੁਣ ਰਹੀਆਂ ਸਨ। ਉਹ ਇੱਕ ਦੂਜੀ ਨੂੰ ਤੂੰ ਕਰ ਕਹਿ ਰਹੀਆਂ ਸੀ। ਸ਼ਾਇਦ ਮੇਰੇ ਨਾਲ ਗੱਲ ਕਰਨ ਲਈ ਕਹਿ ਰਹੀਆਂ ਸੀ। ਫਿਰ ਪਹਿਲਾਂ ਭਰਜਾਈ ਨੇ ਇਸ ਤਰ੍ਹਾਂ ਗੱਲਾਂ ਜਿਹਾ ਸਾਫ਼ ਜਿਵੇਂ ਕੋਈ ਗਾਣਾ ਸੁਣਾਉਣ ਤੋਂ ਪਹਿਲਾਂ ਗਾਇਕ ਕਰਦੇ ਹੁੰਦੇ ਹਨ। ਫਿਰ ਮੈਨੂੰ ਬੋਲੀ, ਨਾਮ ਕੀ ਹੈ ਦੀਦੀ ਤੁਹਾਡਾ? ਜੀ ਰਮਨਦੀਪ ਕੌਰ ਰਿੰਮੀ, ਮੈਂ ਜਵਾਬ ਦਿੱਤਾ। ਭੈਣ ਨੇ ਪੁੱਛਿਆ, ਜੀ ਮੈਂ ਵੈਸੇ +2 ਕੀਤੀ ਹੋਈ ਹੈ, ਬਾਕੀ ਫਰਦਰ ਸਟੱਡੀ ਵੀ ਕੀਤੀਆਂ ਹੋਈਆਂ ਨੇ, ਮੈਂ ਦੱਸਿਆ। ਹੋਰ ਕੀ ਕੀ ਕੀਤਾ ਹੋਇਆ ਹੈ ਤੁਸੀਂ ਵੈਸੇ? ਭਰਜਾਈ ਫਿਰ ਬੋਲ ਪਈ। ਮੈਂ ਬੇਸਿਕ ਕੰਪਿਊਟਰ, ਪ੍ਰੋਫੈਸ਼ਨਲ ਕੰਪਿਊਟਰ, ਅਕਾਊਂਟਸ, ਡਰੈਸ ਡਿਜ਼ਾਈਨਰ, ਬਿਊਟੀ ਵਿਦ ਸਕਿਨ ਸਪੈਸ਼ਲਿਸਟ ETT ਕੀਤੀ ਹੋਈ ਹੈ, ਮੈਂ ਦੱਸਿਆ। ਇਹ ETT ਕੀ ਹੁੰਦਾ ਏ ਦੀਦੀ? ਭਰਜਾਈ ਨੇ ਫਿਰ ਪੁੱਛਿਆ। ਉੱਦਾਂ ਤਾਂ ਉਹ ਬੜੀ ਇੰਗਲਿਸ਼ ਬੋਲ ਰਹੀ ਸੀ, ਪਰ ਪਤਾ ਨਹੀਂ ਸੀ ਉਸਨੂੰ ਸੱਚਮੁੱਚ ਨਹੀਂ ਸੀ ਪਤਾ ਕਿ ETT ਕੀ ਹੁੰਦੀ ਹੈ, ਜਾਂ ਫਿਰ ਉਹ ਮੈਨੂੰ ਜਾਣ-ਬੁੱਝ ਕੇ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਉਲਝਾ ਰਹੀ ਸੀ। ਮੈਂ ਵੀ ਫਿਰ ਦੇਸੀਪੁਣਾ ਅਪਣਾ ਲਿਆ। ਐਲੀਮੈਂਟਰੀ ਸਕੂਲ ਵਿੱਚ ਮਾਸਟਰਨੀ ਲੱਗਣ ਦਾ ਕੋਰਸ ਕੀਤਾ ਏ ਮੈਂ ਜੀ। ਹੁਣ ਉਹਦਾ ਚਿਹਰਾ ਦੇਖਣ ਵਾਲਾ ਸੀ। ਬੇਟਾ ਕਿਹੜੀ ਕਲਾਸ ਵਿੱਚ ਪੜ੍ਹਦਾ ਏ? ਛੋਟੀ ਭੈਣ ਨੇ ਵੀ ਸਵਾਲ ਪੁੱਛ ਕੇ ਆਪਣਾ ਖਾਤਾ ਖੋਲ੍ਹ ਲਿਆ ਸੀ। ਦੀ, ਉਹ 5ਵੀਂ ਵਿੱਚ ਪੜ੍ਹਦਾ ਏ, ਮੈਂ ਜਵਾਬ ਦਿੱਤਾ। ਸਾਨੂੰ ਤਾਂ ਘਰ ਸਾਂਭਣ ਵਾਲੀ ਕੁੜੀ ਚਾਹੀਦੀ ਹੈ। ਤੈਨੂੰ ਕਿਵੇਂ ਦਾ ਮੁੰਡਾ ਪਸੰਦ ਹੈ ਵੈਸੇ? ਵੱਡੀ ਭੈਣ ਨੇ ਪੁੱਛਿਆ।
ਵੈਸੇ ਤਾਂ ਜੋ ਘਰਦਿਆਂ ਦੀ ਪਸੰਦ ਹੈ ਉਹ ਮੇਰੀ ਪਸੰਦ ਹੈ, ਪਰ ਫਿਰ ਵੀ ਮੈਨੂੰ ਇੱਕ ਤਾਂ ਮੁੰਡੇ ਨੂੰ 4 ਬੰਦਿਆਂ ਵਿੱਚ ਬੈਠ ਕੇ ਗੱਲ ਕਰਨ ਦਾ ਪਤਾ ਹੋਵੇ, ਦੂਜਾ ਸਰਦਾਰ ਮੁੰਡਾ ਮੈਨੂੰ ਪਸੰਦ ਹੈ, ਤੀਜਾ ਕੁਛ ਖਾਂਦਾ ਪੀਂਦਾ ਨਾ ਹੋਵੇ। ਮੈਂ ਆਪਣੀ ਪਸੰਦ ਦੱਸ ਦਿੱਤੀ। ਦੇਖ ਬਈ, ਸਾਡੇ ਮੁੰਡੇ ਨੇ ਤਾਂ ਪੱਗ ਬੰਨ੍ਹਣੀ ਨਹੀਂ, ਬਾਕੀ ਤੇਰੀ ਹਿੰਮਤ ਹੈ, ਜੇ ਬਣਾ ਸਕਦੀ ਆ ਬਣਾ ਲਈ, ਉਹਦੀ ਵੱਡੀ ਭੈਣ ਨੇ ਦੱਸਿਆ। ਹਾਂਜੀ ਦੀ, ਉਹ ਤਾਂ ਮੈਂ ਗੱਲ ਕਰ ਹੀ ਲਊਂਗੀ। ਮੈਂ ਕਿਹਾ। ਅਜੇ ਉਹ ਮੇਰਾ ਇੰਟਰਵਿਊ ਚੱਲ ਹੀ ਰਿਹਾ ਸੀ ਕਿ ਉਹ ਆ ਗਿਆ ਅਤੇ ਆਉਂਦਾ ਹੀ ਸਭ ਨੂੰ ਬੜੇ ਪਿਆਰ ਨਾਲ ਮਿਲਿਆ। ਮੈਂ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ, ਜੋ ਕਿ ਮੈਨੂੰ ਸ਼ੁਰੂ ਤੋਂ ਹੀ ਆਦਤ ਹੈ। ਮੈਂ ਅਜੇ ਚੱਜ ਨਾਲ ਉਸ ਵੱਲ ਵੇਖਿਆ ਵੀ ਨਹੀਂ ਸੀ ਕਿ ਉਸਦੀ ਭੈਣ ਨੇ ਮੈਨੂੰ ਕਿਹਾ, ਕਿਵੇਂ ਲੱਗਿਆ ਰਮਨ ਤੈਨੂੰ ਜਸਕਰਨ? ਮੈਂ ਉਸਦੇ ਇਸ ਸਵਾਲ ਦਾ ਕੀ ਜਵਾਬ ਦਿੰਦੀ ਇੰਨੀ ਛੇਤੀ? ਇਸ ਲਈ ਮੈਂ ਇਹੀ ਕਹਿ ਦਿੱਤਾ, ਦੇਖੋ ਦੀਦੀ, ਮੈਂ ਸ਼ਕਲਾਂ 'ਤੇ ਨਹੀਂ ਜਾਂਦੀ, ਪਹਿਲਾਂ ਮੈਂ ਗੱਲ ਕਰਨੀ ਹੈ, ਫਿਰ ਹੀ ਮੈਂ ਕੋਈ ਜਵਾਬ ਦੇ ਸਕਦੀ ਹਾਂ ਤੁਹਾਡੀ ਇਸ ਗੱਲ ਦਾ। ਕਹਿ ਕੇ ਮੈਂ ਆਪਣੀ ਗੋਦੀ ਵਿੱਚ ਬੈਠੀ ਭਤੀਜੀ ਗੁਰਲੀਨ ਨਾਲ ਖੇਡਣ ਲੱਗ ਪਈ। ਉਹ ਤਿੰਨੋਂ ਮੇਰੇ ਕੋਲੋਂ ਉੱਠ ਕੇ ਥੋੜ੍ਹੀ ਜਿਹੀ ਦੂਰ ਚਲੀਆਂ ਗਈਆਂ ਅਤੇ ਨਾਲ ਹੀ ਉਹਨਾਂ ਨੇ ਜਸਕਰਨ ਨੂੰ ਵੀ ਆਪਣੇ ਕੋਲ ਬੁਲਾ ਲਿਆ। ਫਿਰ ਉਹ ਸਾਰੇ ਕਿੰਨਾ ਹੀ ਚਿਰ ਮੇਰੇ ਵੱਲ ਦੇਖ ਦੇਖ ਕੇ ਗੱਲਾਂ ਕਰੀ ਜਾਣ। ਮੈਂ ਆਪਣੀ ਭਤੀਜੀ ਨਾਲ ਖੇਡ ਰਹੀ ਸੀ। ਮੈਂ ਉਹਨਾਂ ਦੀ ਕਿਸੇ ਵੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। 15-20 ਮਿੰਟ ਆਪਸ ਵਿੱਚ ਸਲਾਹ ਕਰਨ ਤੋਂ ਬਾਅਦ ਉਹ ਦੁਬਾਰਾ ਸਾਡੇ ਕੋਲ ਹੀ ਆ ਕੇ ਬੈਠ ਗਏ ਅਤੇ ਉਹਦੀ ਵੱਡੀ ਭੈਣ ਮੈਨੂੰ ਬੋਲੀ, ਆ ਜਾਓ ਬਈ, ਗੱਲ ਕਰ ਲਓ, ਫਿਰ ਤੁਸੀਂ ਦੋਵੇਂ ਨਿਬੜਦੀ ਹੋਵੇ ਗੱਲ। ਫਿਰ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਇੱਕ ਬੈਂਚ ਵੱਲ ਤੁਰ ਪਈ। ਮੈਨੂੰ ਵੀ ਮੰਮੀ ਨੇ ਮੇਰੀ ਭਰਜਾਈ ਨਾਲ ਜਾਣ ਲਈ ਕਹਿ ਦਿੱਤਾ। ਮੈਂ ਉਹਨਾਂ ਕੋਲ ਪਹੁੰਚੀ ਤਾਂ ਉਹਦੀ ਭੈਣ ਮੇਰੀ ਭਰਜਾਈ ਨੂੰ ਨਾਲ ਲੈ ਕੇ ਪਾਰਕ ਵਿੱਚ ਘੁੰਮਣ ਲੱਗ ਗਈ ਅਤੇ ਜਾਂਦੀ ਹੋਈ ਸਾਨੂੰ ਦੋਵਾਂ ਨੂੰ ਕਹਿ ਗਈ, ਕਰੋ ਹੁਣ ਤੁਸੀਂ ਜੀ ਭਰ ਕੇ ਗੱਲਾਂ, ਜਦੋਂ ਖਤਮ ਹੋ ਗਈਆਂ ਆ ਜਾਇਓ। ਉਹ ਮੇਰੇ ਜਾਣ ਤੋਂ ਪਹਿਲਾਂ ਹੀ ਬੈਂਚ 'ਤੇ ਬੈਠ ਗਿਆ ਸੀ। ਜਦੋਂ ਮੈਂ ਕੋਲ ਗਈ ਤਾਂ ਉਹ ਬੋਲਿਆ, ਬਹਿ ਜਾਓ। ਪਰ ਮੈਂ ਬੈਠਦੀ ਕਿੱਥੇ, ਸਵੇਰ ਦੇ ਪਏ ਮੀਂਹ ਕਰਕੇ ਬੈਂਚ ਗਿੱਲਾ ਸੀ, ਉੱਪਰੋਂ ਸੀਮੈਂਟ ਦਾ ਸੀ। ਮੈਂ ਬੈਠਦੀ ਤਾਂ ਮੇਰੇ ਕੱਪੜੇ ਬਹੁਤ ਹੀ ਬੁਰੀ ਤਰ੍ਹਾਂ ਖਰਾਬ ਹੋ ਜਾਂਦੇ। ਮੈਂ ਉਹਦੇ ਮੂੰਹ ਵੱਲ ਦੇਖਾਂ ਵੀ, ਇਹ ਆਪਣਾ ਬੜੇ ਆਰਾਮ ਨਾਲ ਬੈਂਚ ਦੇ ਵਿਚਕਾਰ ਨੂੰ ਹੋ ਕੇ ਬੈਠਾ ਹੈ। ਜਦੋਂ ਕੁਝ ਸੈਕਿੰਡ ਉਸਨੇ ਮੇਰੇ ਨਾ ਬੈਠਣ ਦੀ ਗੱਲ ਨੂੰ ਗੋਲਿਆ ਹੀ ਨਾ, ਤਾਂ ਮੈਂ ਖੁਦ ਹੀ ਕਹਿ ਦਿੱਤਾ, ਮੈਂ ਕਿੱਥੇ ਬੈਠਾਂ ਇੱਥੇ, ਬੈਂਚ ਤਾਂ ਬਹੁਤ ਗਿੱਲਾ ਪਿਆ ਏ। ਉਸਨੇ ਦੇਖਿਆ ਅਤੇ ਕਿਹਾ, ਹਾਂ ਹੈ ਤਾਂ ਗਿੱਲਾ ਹੀ, ਪਰ ਹੁਣ ਬਹਿ ਜਾਓ, ਸੁੱਕਾ ਬੈਂਚ ਕਿੱਥੇ ਹੋਊ ਇੱਥੇ ਹੁਣ। ਫਿਰ ਮੈਂ ਬਿਲਕੁਲ ਜਰਾ ਜਿਹੀ ਜਗ੍ਹਾ ਵਿੱਚ ਇੱਕ ਖੂੰਜੇ ਵਿੱਚ ਬੈਠ ਗਈ। ਉੱਥੋਂ ਬੈਂਚ ਸੁੱਕਾ ਸੀ। ਫਿਰ ਉਹ ਮੇਰੇ ਵੱਲ ਬਿਨਾਂ ਦੇਖੇ ਬੋਲਿਆ, ਪੁੱਛੋ ਜੀ, ਕੀ ਪੁੱਛਣਾ ਹੈ ਤੁਸੀਂ? ਪਹਿਲਾਂ ਤੁਸੀਂ ਪੁੱਛ ਲਓ ਜੋ ਪੁੱਛਣਾ ਹੈ, ਮੈਂ ਬਾਅਦ ਵਿੱਚ ਪੁੱਛ ਲੂੰ, ਮੈਂ ਜਵਾਬ ਦਿੱਤਾ। ਨਹੀਂ ਨਹੀਂ, ਲੇਡੀਜ਼ ਫਾਸਟ ਜੀ, ਤੁਸੀਂ ਪੁੱਛੋ ਪਹਿਲਾਂ, ਉਸਨੇ ਦੁਬਾਰਾ ਕਿਹਾ। ਫਿਰ ਮੈਂ ਗੱਲ ਸ਼ੁਰੂ ਕਰਨ ਵਿੱਚ ਹੋਰ ਦੇਰ ਨਾ ਕਰਦਿਆਂ ਬੋਲੀ, ਪਹਿਲਾਂ ਤਲਾਕ ਕਿਉਂ ਹੋਇਆ ਤੁਹਾਡਾ? ਤੁਹਾਡਾ ਤਲਾਕ ਕਿਉਂ ਹੋਇਆ? ਮੈਂ ਪੁੱਛਿਆ। ਉਹ ਯਾਰ, ਬਸ ਮੇਰੀ ਕੋਈ ਗੱਲ ਨਹੀਂ ਸੀ ਮੰਨਦੀ। ਗੁਆਂਢੀਆਂ ਦਾ ਇੱਕ ਬੰਦਾ ਛੜਾ ਏ, ਉਹਨੂੰ ਉਹਦੀਆਂ ਭਰਜਾਈਆਂ ਰੋਟੀ ਨਹੀਂ ਦਿੰਦੀਆਂ। ਇਹ ਉਹਨੂੰ ਰੋਟੀਆਂ ਬਣਾ ਕੇ ਦੇ ਕੇ ਆਉਂਦੀ ਸੀ। ਮੈਂ ਰੋਕਿਆ ਵੀ ਕਿ ਲੋਕ ਕੀ ਕਹਿਣਗੇ, ਜ਼ਮੀਨ ਲੈਣ ਦੇ ਮਾਰੇ ਰੋਟੀ ਦਿੰਦੇ ਨੇ। ਫਿਰ ਮੇਰੇ ਸਾਹਮਣੇ ਜਾਣੋਂ ਹਟ ਗਈ। ਜਦੋਂ ਮੈਂ ਘਰ ਨਾ ਹੋਣਾ ਫਿਰ ਚਲੀ ਜਾਂਦੀ। ਇੱਕ ਉਹਦੀ ਦੋਸਤੀ ਗਲਤ ਜਨਾਨੀਆਂ ਨਾਲ ਸੀ। ਇੱਥੇ ਮੁਹੱਲੇ ਵਿੱਚ ਉਹਦੇ ਪਿੰਡ ਦੀ ਇੱਕ ਜਨਾਨੀ ਹੈ, ਉਹ ਕਰੈਕਟਰਲੈਸ ਜਿਹੀ ਹੈ। ਇਹ ਉਹਦੇ ਕੋਲ ਬਹੁਤ ਜਾਂਦੀ ਸੀ, ਸਾਰਾ ਸਾਰਾ ਦਿਨ ਨਹੀਂ ਸੀ ਆਉਂਦੀ। ਜੇ ਕਿਤੇ ਜਾਂਦੀ ਸੀ ਜਵਾਕਾਂ ਨੂੰ ਉਹਦੇ ਕੋਲ ਛੱਡ ਕੇ ਚਲੇ ਜਾਂਦੀ ਸੀ। ਮੈਨੂੰ ਭਰਜਾਈ ਦੱਸ ਦਿੰਦੀ ਸੀ। ਮੈਂ ਬਹੁਤ ਰੋਕਦਾ ਰਿਹਾ, ਕਹਿੰਦੀ ਮੇਰੇ ਪਿੰਡ ਦੀ ਹੈ, ਮੇਰੀ ਸਹੇਲੀ ਹੈ, ਮੈਂ ਤਾਂ ਜਾਊਂਗੀ, ਤੂੰ ਜੋ ਮਰਜ਼ੀ ਕਰ ਲੈ। ਉਸਨੇ ਦੱਸਿਆ। ਫਿਰ ਤੁਸੀਂ ਤਲਾਕ ਲੈ ਲਿਆ? ਮੈਂ ਪੁੱਛਿਆ। ਹੋਰ ਫਿਰ ਮੈਂ ਕੀ ਕਰਦਾ? ਉਸਨੇ ਕਿਹਾ। ਅੱਛਾ ਚਲੋ ਛੱਡੋ, ਇਹ ਦੱਸੋ ਤੁਸੀਂ ਕੰਮ ਕੀ ਕਰਦੇ ਹੋ? ਮੈਂ ਅਗਲਾ ਸਵਾਲ ਪੁੱਛ ਲਿਆ। ਮੈਂ ਫੋਰਮੈਨ ਹਾਂ ਮੈਡਮ, ਇੱਕ ਫਾਰਮ ਵਿੱਚ, ਉੱਥੇ ਗੇਟ ਗਰਿੱਲਾਂ ਬਣਾਉਣ ਵਾਲੀਆਂ ਮਸ਼ੀਨਾਂ ਬਣਦੀਆਂ ਨੇ, ਉਸਨੇ ਦੱਸਿਆ। ਠੀਕ ਹੈ ਜੀ। ਅੱਛਾ ਸੱਚ, ਫਿਰ ਬੱਚੇ ਕਿਉਂ ਨਹੀਂ ਰੱਖੇ? ਮੈਂ ਪੁੱਛਿਆ। ਬੱਚੇ ਪਹਿਲਾਂ ਤਾਂ ਮੈਂ ਮੰਗਦਾ ਸੀ, ਮੈਂ ਕੇਸ ਵੀ ਕੀਤਾ ਹੋਇਆ ਸੀ, ਪਰ ਜਦ ਤੱਕ ਕੇਸ ਦਾ ਫੈਸਲਾ ਹੋਇਆ ਬੱਚੇ ਵੱਡੇ ਹੋ ਗਏ। ਫਿਰ ਉਹਨਾਂ ਨੇ ਆਪਣੀ ਮਾਂ ਦੇ ਕੋਲ ਰਹਿਣ ਦੀ ਗੱਲ ਕਰਤੀ ਕੋਰਟ ਵਿੱਚ। ਪਰ ਤੁਸੀਂ ਬੇਫਿਕਰ ਰਹੋ, ਉਹਨਾਂ ਦਾ ਜੋ ਵੀ ਬਣਦਾ ਸੀ ਉਹਨਾਂ ਨੂੰ ਮੈਂ ਦੇ ਦਿੱਤਾ, ਉਸਨੇ ਦੱਸਿਆ। ਠੀਕ ਹੈ ਜੀ। ਇੱਕ ਗੱਲ ਦੱਸਾਂ, ਵੈਸੇ ਮੈਨੂੰ ਮੁੰਡਾ ਸਰਦਾਰ ਪਸੰਦ ਨੇ। ਹੁਣ ਤੁਸੀਂ ਦੱਸੋ ਕਿ ਪੱਗ ਬੰਨ੍ਹ ਲਿਆ ਕਰੋਗੇ? ਮੈਂ ਪੁੱਛਿਆ। ਮੈਂ ਪਹਿਲਾਂ ਤਾਂ ਬੰਨ੍ਹ ਲੈਂਦਾ ਸੀ, 2 ਕੁ ਸਾਲ ਪਹਿਲਾਂ
ਫਿਰ ਮੈਂ ਇੱਕ ਵਾਰ ਰਾਜਸਥਾਨ ਰਹਿ ਆਇਆ। ਉੱਥੇ ਮੈਨੂੰ ਅਲਰਜੀ ਹੋ ਗਈ ਸੀ। ਫਿਰ ਨਾ ਮੇਰੇ ਤੋਂ ਕਦੇ ਦਾੜ੍ਹੀ ਮੁੱਛ ਰੱਖੀ ਹੋਈ ਨਾ ਕਦੇ ਪੱਗ ਬੰਨ੍ਹੀ ਹੈ, ਉਸਨੇ ਜਵਾਬ ਦਿੱਤਾ। ਪਰ ਮੈਨੂੰ ਤਾਂ ਸਰਦਾਰ ਪਸੰਦ ਨੇ। ਥੋੜ੍ਹਾ ਜਿਹਾ ਸੋਚ ਕੇ ਫਿਰ ਮੈਂ ਪੁੱਛਿਆ, ਅੱਛਾ ਚਲੋ ਕਿਸੇ ਫੰਕਸ਼ਨ 'ਤੇ ਤਾਂ ਬੰਨ੍ਹ ਹੀ ਸਕਦੇ ਹੋ। ਨਾ ਜੀ, ਬੰਨ੍ਹ ਹੀ ਨਹੀਂ ਹੁੰਦੀ ਹੁਣ ਤਾਂ ਮੇਰੇ ਤੋਂ। ਨਾਲੇ ਮੈਂ ਟੀ-ਸ਼ਰਟ ਤੋਂ ਬਿਨਾਂ ਦੂਜੀ ਕੋਈ ਸ਼ਰਟ ਨਹੀਂ ਪਾ ਸਕਦਾ। ਉਸਨੇ ਇੱਕ ਹੋਰ ਟੈਨਸ਼ਨ ਦਿੰਦੇ ਹੋਏ ਕਿਹਾ। ਪਰ ਸਾਡੇ ਤਾਂ ਸਾਰੇ ਸਰਦਾਰ ਨੇ। ਨਾਲੇ ਵਿਆਹ ਵਗੈਰਾ ਵਿੱਚ ਤਾਂ ਕੋਟ ਪੈਂਟ ਵਗੈਰਾ ਨਾਲ ਪੱਗ ਹੀ ਸੋਹਣੀ ਲੱਗਦੀ ਹੈ। ਮੈਂ ਕਿਹਾ, ਚਲੋ ਟਰਾਈ ਕਰ ਲੂੰ ਜੇ ਬੰਨ ਹੋ ਗਈ। ਬਿਲਕੁਲ ਮਨਾ ਨਹੀਂ ਕਰਦਾ ਮੈਂ ਤੁਹਾਨੂੰ, ਉਸਨੇ ਕਿਹਾ। ਬਾਕੀ ਰਹੀ ਗੱਲ ਐਲਰਜੀ ਦੀ, ਉਹਦੀ ਆਪਾਂ ਦਵਾਈ ਲੈ ਆਵਾਂਗੇ। ਇੱਕ ਸਕਿਨ ਸਪੈਸ਼ਲਿਸਟ ਹੋਏਗੀ, ਮੈਨੂੰ ਚੰਗੀ ਤਰ੍ਹਾਂ ਜਾਣਦੀ ਹੈ। ਠੀਕ ਹੋ ਜੂਗੀ ਤੁਹਾਡੀ ਐਲਰਜੀ ਫੇਸ ਤੋਂ ਸਾਰੀ। ਅੱਛਾ ਹੁਣ ਇਹ ਦੱਸੋ ਕਿ ਮੇਰਾ ਬੇਟਾ ਮੈਂ ਨਾਲ ਰੱਖਣਾ ਹੈ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਮੈਂ ਪੁੱਛਿਆ। ਨਾ ਨਾ, ਮੈਨੂੰ ਤਾਂ ਕੀ ਇਤਰਾਜ਼ ਹੋਣਾ ਏ। ਆਪਾਂ ਨੂੰ ਤਾਂ ਬਸ ਰੋਟੀ ਪਾਣੀ ਟਾਈਮ 'ਤੇ ਚਾਹੀਦਾ ਏ, ਹੋਰ ਕੋਈ ਪ੍ਰੋਬਲਮ ਨਹੀਂ। ਬਾਕੀ ਮੈਨੂੰ ਹੁਣ ਕੌਨਫੀਡੈਂਟ ਪੂਰਾ ਏ ਵੀ ਮੈਂ ਕੁੜੀ ਨੂੰ ਆਪਣੇ ਵਰਗੀ ਬਣਾ ਲੂੰਗਾ। ਉਸਨੇ ਟੁੱਟੇ ਭੱਜੇ ਇੰਗਲਿਸ਼ ਦੇ ਸ਼ਬਦਾਂ ਨਾਲ ਆਪਣਾ ਜਵਾਬ ਦਿੱਤਾ। ਜੀ ਜੀ, ਚਲੋ ਹੁਣ ਤੁਸੀਂ ਦੱਸੋ ਕੀ ਪੁੱਛਣਾ ਹੈ, ਪੁੱਛੋ, ਮੈਂ ਕਿਹਾ। ਤੁਹਾਡਾ ਉੱਧਰ ਕੀ ਚੱਕਰ ਪੈ ਗਿਆ ਸੀ? ਉਸਨੇ ਪਹਿਲਾ ਪ੍ਰਸ਼ਨ ਪੁੱਛਿਆ। ਉਹ ਬਸ ਨਸ਼ੇ ਕਰਦੇ ਸੀ ਤੇ ਕੰਮ ਨਹੀਂ ਸੀ ਕਰਦੇ ਕੋਈ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਕੰਮ ਕਰਨ ਲੱਗ ਜਾਣ। ਮੈਂ 4 ਸਾਲ ਲਗਾਤਾਰ ਆਪ ਕਮਾ ਕੇ ਲਿਆਉਣਾ, ਫਿਰ ਘਰ ਚੱਲਦਾ ਰਿਹਾ। ਮੈਨੂੰ ਸੀ ਕਿ ਚਲੋ ਕਦੇ ਤਾਂ ਸੁਧਰਨਗੇ, ਪਰ ਉਹ ਨਹੀਂ ਸੁਧਰਨੇ ਚਾਹੁੰਦੀ ਸੀ। ਫਿਰ ਮੈਂ ਛੱਡਣਾ ਹੀ ਸਹੀ ਸਮਝਿਆ। ਮੈਂ ਦੱਸਿਆ, ਅੱਛਾ ਮੁੰਡਾ ਤੁਸੀਂ ਨਹੀਂ ਦਿੱਤਾ ਕਿ ਉਹਨੇ ਮੰਗਿਆ ਨਹੀਂ? ਉਸਨੇ ਅੱਗੇ ਪੁੱਛਿਆ। ਨਾ ਉਹਨਾਂ ਨੇ ਮੰਗਿਆ ਏ, ਨਾ ਮੈਂ ਦੇਣਾ ਹੀ ਸੀ ਜੇ ਮੰਗ ਵੀ ਲੈਂਦੇ, ਮੈਂ ਦੱਸਿਆ। ਚਲੋ ਪੜ੍ਹਾਈ ਦੱਸੋ, ਕਿੰਨੀ ਕੁ ਕੀਤੀ ਹੈ ਤੁਸੀਂ? ਉਸਨੇ ਪੁੱਛਿਆ। ਮੈਂ ਕੰਪਿਊਟਰ, ਅਕਾਊਂਟਸ, ਡਰੈਸ ਡਿਜ਼ਾਈਨਰ, ਬਿਊਟੀ ਵਿਦ ਸਕਿਨ ਸਪੈਸ਼ਲਿਸਟ ਦੀ ਅਤੇ ਈਟੀਟੀ ਦੇ ਡਿਪਲੋਮੇ ਕੀਤੇ ਹੋਏ ਨੇ, ਮੈਂ ਜਵਾਬ ਦਿੱਤਾ। ਤੁਸੀਂ ਮੈਨੂੰ ਦੱਸੋ ਵੀ ਈਟੀਟੀ ਦੀ ਕਿਹੜੀ ਜਮਾਤ ਹੁੰਦੀ ਹੈ? ਉਸਨੇ ਪੁੱਛਿਆ। ਈਟੀਟੀ ਮਤਲਬ ਮੈਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਜੋਗੀ ਮਾਸਟਰੀ ਦੀ ਡਿਗਰੀ ਕੀਤੀ ਹੋਈ ਹੈ। ਮਤਲਬ ਮੈਂ ਜੇ ਟੈਟ ਦਾ ਪੇਪਰ ਕਲੀਅਰ ਕਰ ਲਵਾਂ ਤਾਂ ਮੈਂ ਟੀਚਰ ਲੱਗ ਸਕਦੀ ਹਾਂ। ਜੇ ਮੈਂ ਪ੍ਰਾਈਵੇਟ ਵੀ ਪੜ੍ਹਾਉਣਾ ਹੋਵੇ, ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਮੈਂ ਉਹਦੀ ਗੱਲ ਦਾ ਜਵਾਬ ਦੇਣ ਦੇ ਨਾਲ ਨਾਲ ਇੱਕ ਸਵਾਲ ਵੀ ਪੁੱਛ ਲਿਆ। ਨਾ ਸਕੂਲ ਹੈਗੇ ਨੇ ਆਪਣੇ ਘਰ ਕੋਲ, ਬਹੁਤੀ ਨਹੀਂ ਦੂਰ ਹੈਗੇ। ਗਗਨ ਨੂੰ ਵੀ ਉੱਥੇ ਲਾ ਦੇਵਾਂਗੇ ਪੜ੍ਹਨ, ਨਾਲੇ ਤੁਸੀਂ ਪੜ੍ਹਾਉਣ ਲੱਗ ਜਾਇਓ। ਪਰ ਮੈਨੂੰ ਦੁਪਹਿਰ ਦੇ 1 ਵਜੇ ਹਰ ਹਾਲ ਵਿੱਚ ਰੋਟੀ ਚਾਹੀਦੀ ਹੈ। ਉਹ ਤੁਸੀਂ ਦੇਖਣਾ ਆਪ ਵੀ ਕਿਵੇਂ ਬਣੂਗੀ ਰੋਟੀ ਟਾਈਮ 'ਤੇ, ਉਸਨੇ ਜਵਾਬ ਦਿੱਤਾ। ਮੈਂ ਉਸਦੀ ਇਸ ਗੱਲ ਬਾਰੇ ਅਜੇ ਸੋਚ ਹੀ ਰਹੀ ਸੀ ਕਿ ਉਹ ਫਿਰ ਬੋਲ ਪਿਆ। ਅੱਛਾ ਹੁਣ ਸਾਰੇ ਸਾਡੇ ਮੂੰਹ ਵੱਲ ਵੇਖਦੇ ਨੇ, ਕਹਿੰਦੇ ਹੋਣਗੇ ਇਹ ਤਾਂ ਅੱਜ ਹੀ ਪੀਂਘਾਂ ਪਾ ਕੇ ਬਹਿ ਗਏ। ਤੁਸੀਂ ਹੁਣ ਇਹ ਦੱਸੋ, ਮੈਂ ਪਸੰਦ ਆ ਤੁਹਾਨੂੰ? ਉਸਨੇ ਪੁੱਛਿਆ। ਤੁਸੀਂ ਦੱਸੋ, ਮੈਨੂੰ ਤਾਂ ਠੀਕ ਹੈ ਬਸ। ਹੁਣ ਕਿਹੜਾ ਪਹਿਲੀ ਵਾਰ ਕਰਾਉਣ ਲੱਗਿਆ, ਆਪਾਂ ਵੀ ਹਰ ਚੀਜ਼ ਪਰਫੈਕਟ ਪਾ ਲਈਏ, ਮੈਂ ਜਵਾਬ ਦਿੱਤਾ। ਵੈਸੇ ਮੈਂ ਐਸੀ ਕਾਸਟ ਨੂੰ ਬਿਲੋਂਗ ਕਰਦੀ ਹਾਂ। ਤੁਹਾਨੂੰ ਮੈਂ ਪਹਿਲਾਂ ਹੀ ਸਾਫ਼-ਸਾਫ਼ ਗੱਲ ਦੱਸ ਦਿੰਦੀ ਹਾਂ ਕਿ ਆਪਾਂ ਸੇਮ ਕਾਸਟ ਦੇ ਨਹੀਂ ਹੈਗੇ। ਤੁਸੀਂ ਜਾਂ ਤੁਹਾਡਾ ਕੋਈ ਹੋਰ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਮੈਨੂੰ ਕਦੇ ਮੇਰੀ ਕਾਸਟ ਬਾਰੇ ਕੁਛ ਨਾ ਕਹੇ। ਜੇ ਇਸ ਤਰ੍ਹਾਂ ਕੁਛ ਵੀ ਤੁਹਾਨੂੰ ਲੱਗਦਾ ਏ ਹੋਊ ਤਾਂ ਹੁਣ ਸੋਚ ਲਵੋ। ਮੈਂ ਕਿਹਾ, ਨਹੀਂ ਨਹੀਂ, ਉਹ ਤੁਸੀਂ ਗੱਲ ਮੇਰੇ 'ਤੇ ਛੱਡ ਚੱਲੋ। ਕੁਝ ਦੇਰ ਰੁਕ ਕੇ ਚਲੋ ਫਿਰ ਕਰ ਦਈਏ, ਹੈ ਨਾ? ਓਕੇ ਕੰਮ। ਵੈਸੇ ਮੈਨੂੰ ਤਾਂ ਤੁਸੀਂ ਪਹਿਲੀ ਨਜ਼ਰ ਹੀ ਪਸੰਦ ਆ ਗਈ ਸੀ, ਪਰ ਤੁਸੀਂ ਰੱਟ ਲਾਈ ਬੈਠੇ ਸੀ ਗੱਲ ਕਰਕੇ ਦੇਖਣੀ ਹੈ ਪਹਿਲਾਂ। ਤਾਂ ਨਹੀਂ ਮੈਂ ਪਹਿਲਾਂ ਦੱਸਿਆ ਕਿਸੇ ਨੂੰ ਵੀ, ਉਸਨੇ ਮੁਸਕਰਾ ਕੇ ਜਵਾਬ ਦਿੱਤਾ ਅਤੇ ਦੋਵੇਂ ਉੱਠ ਕੇ ਆਪਣੇ ਪਰਿਵਾਰਾਂ ਵਿੱਚ ਜਾ ਕੇ ਬੈਠ ਗਏ। ਆਪਣੇ ਪਰਿਵਾਰਕ ਮੈਂਬਰਾਂ ਵਿੱਚ ਆ ਕੇ ਬੈਠਣ ਤੋਂ ਬਾਅਦ ਉਹਨਾਂ ਨੂੰ ਸਾਰਿਆਂ ਨੇ ਹਾਂ ਨਾ ਪੁੱਛੀ ਤਾਂ ਦੋਵਾਂ ਨੇ ਹਾਂ ਕਰ ਦਿੱਤੀ। ਫਿਰ ਮੁੰਡੇ ਦੀਆਂ ਭੈਣਾਂ ਉਸ ਨੂੰ ਥੋੜ੍ਹਾ ਦੂਰ ਲੈ ਕੇ ਜਾ ਕੇ ਕੋਈ ਸਲਾਹ ਕਰਨ ਲੱਗ ਪਈਆਂ ਅਤੇ ਕਾਫੀ ਦੇਰ ਤੱਕ ਆਪਸ ਆਈਆਂ। ਫਿਰ ਮੁੰਡੇ ਨੂੰ ਵੀ ਬੁਲਾਇਆ ਗਿਆ ਅਤੇ ਸਾਨੂੰ ਥੋੜ੍ਹਾ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਗਿਆ। ਉੱਧਰ ਮੇਰੇ ਮੰਮੀ ਨੂੰ ਸੀ ਕਿ ਉਹ ਕੁਝ ਸਲਾਹ ਕਰਕੇ ਆਏ ਨੇ ਤਾਂ ਦੱਸਣਗੇ ਹੀ ਕੁਝ ਨਾ ਕੁਝ, ਪਰ ਕੁਝ ਵੀ ਨਹੀਂ ਸੀ ਦੱਸ ਰਹੇ। ਉੱਦਾਂ ਮੁੰਡੇ ਦੇ ਭਰਾ ਅਤੇ ਜੀਜੇ ਨੂੰ ਮਠਿਆਈ ਲੈਣ ਲਈ ਭੇਜ ਦਿੱਤਾ ਸੀ। ਜਦੋਂ ਕਾਫੀ ਦੇਰ ਤੱਕ ਉਹ ਨਾ ਦਿਖੇ ਤਾਂ ਮੇਰੇ ਮੰਮੀ ਨੇ ਵਿਚੋਲਨ ਨੂੰ ਪੁੱਛਿਆ, ਇਹ ਕੀ ਚਾਹੁੰਦੇ ਨੇ? ਕੋਈ ਕੁਛ ਦੱਸਦਾ ਵੀ ਨਹੀਂ। ਉਹ ਗਏ ਨੇ ਮਠਿਆਈ ਲੈਣ, ਸ਼ਗਨ ਕਰਨਾ ਇਹ ਕਹਿੰਦੇ, ਵਿਚੋਲਨ ਨੇ ਦੱਸਿਆ।
ਤਾਂ ਮੇਰੇ ਮੰਮੀ ਨੇ ਫਟਾਫਟ ਮੇਰੇ ਭਰਾ ਨੂੰ ਬੁਲਾਇਆ ਅਤੇ 1000 ਰੁਪਏ ਦੇ ਕੇ ਮਠਿਆਈ ਲੈਣ ਭੇਜ ਦਿੱਤਾ। ਥੋੜ੍ਹੀ ਦੇਰ ਬਾਅਦ ਮਠਿਆਈ ਲੈਣ ਗਏ, ਉਹਨਾਂ ਦੇ ਬੰਦੇ ਆ ਪਹੁੰਚੇ ਅਤੇ ਪਿੱਛੇ ਹੀ ਮੇਰਾ ਭਰਾ ਵੀ ਆ ਗਿਆ। ਸਾਨੂੰ ਦੋਵਾਂ ਨੂੰ ਸਵਾਇਆ ਸਮਾਂ ਹੋਣ ਤੱਕ ਬਿਠਾ ਉਡੀਕ ਕਰਨ ਲਈ ਕਹਿ ਦਿੱਤਾ। ਫਿਰ ਜਦੋਂ 20 ਕੁ ਮਿੰਟ ਬਾਅਦ 1:15 ਹੋਇਆ ਤਾਂ ਸਾਨੂੰ ਦੋਵਾਂ ਨੂੰ ਬਿਠਾ ਕੇ ਸ਼ਗਨ ਕੀਤਾ ਗਿਆ। ਮੇਰੇ ਮੰਮੀ ਅਤੇ ਉਸਦੀ ਭੈਣ ਦੋਵਾਂ ਨੇ ਸ਼ਗਨ ਕਰ ਦਿੱਤਾ। ਸਾਰਿਆਂ ਨੇ ਸਾਡਾ ਮੂੰਹ ਮਿੱਠਾ ਕਰਵਾ ਦਿੱਤਾ। ਸਾਰਿਆਂ ਨੇ ਜਦੋਂ ਸ਼ਗਨ ਕੀਤਾ ਤਾਂ ਮੈਨੂੰ ਸਾਰੀਆਂ ਔਰਤਾਂ ਅਤੇ ਉਸਨੂੰ ਸਾਰੇ ਆਦਮੀਆਂ ਨੇ ਮੂੰਹ ਮਿੱਠਾ ਕਰਵਾਇਆ, ਸਿਵਾਏ ਇੱਕ ਔਰਤ ਦੇ। ਉਹ ਔਰਤ ਹੋਰ ਕੋਈ ਵੀ ਨਹੀਂ ਸੀ, ਉਹ ਉਸਦੀ ਆਪਣੀ ਭਰਜਾਈ ਸੀ। ਮੈਨੂੰ ਅਜੀਬ ਜਿਹਾ ਲੱਗਿਆ ਕਿ ਉਹ ਉਸ ਤੋਂ ਤਾਂ ਛੋਟੀ ਹੈ, ਫਿਰ ਉਹ ਮੂੰਹ ਮਿੱਠਾ ਕਿਵੇਂ ਕਰਵਾ ਸਕਦੀ ਹੈ। ਪਰ ਫਿਰ ਮੈਂ ਸੋਚਿਆ, ਨਹੀਂ ਰਮਨ, ਇਹ ਸ਼ਾਇਦ ਕਲੋਜ਼ ਹੋਣਗੇ ਸਾਰੀ ਫੈਮਿਲੀ ਦੇ, ਇਸ ਕਰਕੇ ਮੈਂ ਆਪਣੇ ਦਿਮਾਗ ਵਿੱਚ ਇਸ ਗੱਲ ਨੂੰ ਨਾ ਕਰਨ ਦਿੱਤਾ। ਸ਼ਗਨ ਤੋਂ ਬਾਅਦ ਸਾਰਿਆਂ ਨੇ ਸਾਡੇ ਨਾਲ ਫੋਟੋਆਂ ਖਿਚਵਾਈਆਂ ਅਤੇ ਸਾਨੂੰ ਡੱਬੇ ਬਦਲਣ ਲਈ ਕਿਹਾ ਗਿਆ। ਤਾਂ ਮੈਂ ਆਪਣਾ ਡੱਬਾ ਉਸ ਨੂੰ ਦੇਖ ਕੇ ਉਸ ਤੋਂ ਡੱਬਾ ਫੜ ਲਿਆ। ਫਿਰ ਸਾਨੂੰ ਖੜ੍ਹੇ ਹੋ ਕੇ ਦੁਬਾਰਾ ਬੈਠਣ ਲਈ ਕਿਹਾ ਗਿਆ। ਫਿਰ ਮੇਰਾ ਭਰਾ ਜਾ ਕੇ ਕੁਝ ਕੋਲਡ ਡਰਿੰਕਸ ਅਤੇ ਸਮੋਸੇ ਅਤੇ ਪਕੌੜੇ ਆਦਿ ਲੈ ਆਇਆ। ਸਾਰਿਆਂ ਨੇ ਲੋਕਡਾਊਨ ਕਰਕੇ ਹੋਟਲ ਜਾਣ ਤੋਂ ਮਨਾ ਕਰ ਦਿੱਤਾ ਸੀ, ਤਾਂ ਮੇਰੇ ਭਰਾ ਨੇ ਇਹੀ ਠੀਕ ਸਮਝਿਆ ਸੀ। ਸਾਰਿਆਂ ਨੇ ਸਮੋਸੇ ਪਕੌੜੇ ਖਾਧੇ ਅਤੇ ਕੋਲਡ ਡਰਿੰਕਸ ਪੀ ਲਈ ਅਤੇ ਫਿਰ ਅਸੀਂ ਵਾਪਸ ਆਉਣ ਲੱਗੇ ਤਾਂ ਮੈਂ ਉਹਦੇ ਸਾਰੇ ਪਰਿਵਾਰ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਵੀ ਹੱਥ ਬੰਨ੍ਹ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਅਸੀਂ ਵਾਪਸ ਆ ਗਏ। ਘਰ ਆ ਕੇ ਮੈਂ ਆਪਣੇ ਪਾਪਾ ਨੂੰ ਮਿਲੀ ਅਤੇ ਵਧਾਈਆਂ ਦਿੱਤੀਆਂ ਅਤੇ ਆਪਣੇ ਭਰਾ ਦੇ ਫ਼ੋਨ ਵਿੱਚੋਂ ਸ਼ਗਨ ਦੀ ਫੋਟੋ ਕੱਢ ਕੇ ਦਿਖਾ ਦਿੱਤੀ। ਫਿਰ ਮੈਂ ਕੱਪੜੇ ਬਦਲ ਕੇ ਆਪਣੇ ਫ਼ੋਨ ਨੂੰ ਚਾਰਜਰ ਤੋਂ ਲਾਇਆ ਅਤੇ ਉਸ ਨੂੰ ਔਨ ਕਰਨ ਲੱਗ ਪਈ। ਕਿਉਂਕਿ ਰਾਤੀ ਮੀਂਹ ਪੈਣ ਕਰਕੇ ਰਾਤ ਤੋਂ ਬਿਜਲੀ ਦਾ ਕੱਟ ਸੀ, ਇਨਵਰਟਰ ਵੀ ਜਵਾਬ ਦੇ ਗਿਆ ਸੀ, ਇਸ ਲਈ ਫ਼ੋਨ ਦੀ ਬੈਟਰੀ ਵੀ ਨਹੀਂ ਸੀ। ਇਸੇ ਕਰਕੇ ਮੈਂ ਆਪਣਾ ਫ਼ੋਨ ਜਾਣ ਲੱਗੀ ਚਾਰਜਰ 'ਤੇ ਲਾ ਗਈ ਸੀ। ਮੈਂ ਸੋਚਿਆ ਕਿ ਜੇ ਬਾਅਦ ਵਿੱਚ ਬਿਜਲੀ ਆ ਗਈ ਤਾਂ ਮੇਰੇ ਵਾਪਸ ਆਉਣ ਤੱਕ ਫ਼ੋਨ ਚਾਰਜ ਹੋ ਜਾਵੇਗਾ। ਬਿਲਕੁਲ ਮੇਰੀ ਸੋਚ ਦੇ ਵਾਂਗ ਹੀ ਹੋਇਆ ਸੀ। ਚਲੋ ਪੂਰਾ ਨਹੀਂ ਸੀ, ਅੱਧਾ ਫ਼ੋਨ ਕੁ ਦਾ ਚਾਰਜ ਹੋ ਗਿਆ ਸੀ। ਜਿਵੇਂ ਹੀ ਮੈਂ ਫ਼ੋਨ ਔਨ ਕੀਤਾ ਅਤੇ ਨਾਲ ਹੀ ਮੇਰੇ ਫ਼ੋਨ 'ਤੇ ਵਟਸਐਪ 'ਤੇ ਕਈ ਜਾਣੇ ਦੇ ਮੈਸੇਜ ਅਤੇ ਇੱਕ ਨਵੇਂ ਨੰਬਰ ਤੋਂ ਮਿਸਡ ਵੌਇਸ ਕਾਲ ਵੀ ਆ ਗਈ ਸੀ, ਜੋ ਕਿ ਸਾਡੇ ਕੋਲ 12 ਵਜੇ ਆਈ ਸੀ। ਮੈਂ ਸੋਚਿਆ ਬਹੁਤੀ ਨੰਬਰ ਕਿਸ ਦਾ ਹੈ ਹੋ ਸਕਦਾ, ਪਰ ਮੈਨੂੰ ਕੁਝ ਵੀ ਯਾਦ ਨਾ ਆਇਆ। ਤਾਂ ਮੈਂ ਉਸ ਨੰਬਰ ਨੂੰ ਇੱਦਾਂ ਹੀ ਕਿਸੇ ਨਾਮ ਤੋਂ ਸੇਵ ਕਰ ਲਿਆ, ਤਾਂ ਜੋ ਜੇ ਉਸ ਨੰਬਰ 'ਤੇ ਕੋਈ ਫੋਟੋ ਲੱਗੀ ਹੋਈ ਹੋਵੇ ਤਾਂ ਮੈਨੂੰ ਦਿਖ ਜਾਵੇ। ਉਹੀ ਹੋਇਆ, ਨੰਬਰ ਸੇਵ ਕੀਤਾ ਹੀ ਸੀ ਕਿ ਮੈਨੂੰ ਉਸਦੀ ਫੋਟੋ ਲੱਗੀ ਦਿਖਾਈ ਦਿੱਤੀ। ਜਦੋਂ ਮੈਂ ਉਸ ਨੂੰ ਵੱਡੀ ਕਰਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਕਿ ਉਹ ਨੰਬਰ ਕਿਸੇ ਹੋਰ ਦਾ ਨਹੀਂ, ਸਗੋਂ ਜਸਕਰਨ ਦਾ ਹੀ ਸੀ। ਮੈਂ ਆਪਣੇ ਦਿਮਾਗ 'ਤੇ ਜ਼ੋਰ ਪਾਇਆ ਤਾਂ ਮੈਨੂੰ ਯਾਦ ਆਇਆ ਕਿ ਜੋ ਉਸਦੀ ਮਿਸਡ ਵੌਇਸ ਕਾਲ ਸਮਾਂ ਦਿਖਾ ਰਹੀ ਸੀ, ਉਸ ਸਮੇਂ ਤਾਂ ਅਸੀਂ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ। ਫਿਰ ਮੈਂ ਹੋਰ ਸੋਚਿਆ ਤਾਂ ਉਸਨੇ ਮੈਨੂੰ ਯਾਦ ਆਇਆ, ਉਸਨੇ ਮੇਰੇ ਤੋਂ ਇਹ ਕਹਿ ਕੇ ਮੇਰਾ ਨੰਬਰ ਲਿਆ ਸੀ। ਚਲੋ ਹੁਣ ਬਹੁਤੀਆਂ ਗੱਲਾਂ ਤਾਂ ਆਪਾਂ ਇੱਥੇ ਹੀ ਕਲੀਅਰ ਵੀ ਨਹੀਂ ਕਰ ਸਕਦੇ, ਟਾਈਮ ਬਹੁਤ ਘੱਟ ਹੈ ਆਪਣੇ ਕੋਲ। ਤੁਸੀਂ ਮੇਰਾ ਨੰਬਰ ਆਪਣੇ ਫ਼ੋਨ ਵਿੱਚ ਸੇਵ ਕਰ ਲਓ। ਪਰ ਜਦੋਂ ਮੈਂ ਉਸ ਨੂੰ ਕਿਹਾ ਸੀ ਕਿ ਫ਼ੋਨ ਘਰ ਹੈ ਤਾਂ ਉਸਨੇ ਮੇਰੇ ਤੋਂ ਨੰਬਰ ਲੈ ਲਿਆ ਸੀ, ਜੋ ਮੈਂ ਵੀ ਬੜੇ ਦਿਮਾਗ ਨਾਲ ਉਸ ਨੂੰ ਵਟਸਐਪ ਨੰਬਰ ਦੇ ਦਿੱਤਾ ਸੀ ਤਾਂ ਜੋ ਮੈਨੂੰ ਫ਼ੋਨ ਘੱਟ ਹੀ ਕਰ ਸਕੇ, ਕਿਉਂਕਿ ਮੇਰਾ ਵਟਸਐਪ ਨੰਬਰ ਜ਼ਿਆਦਾਤਰ ਬੰਦ ਹੀ ਰਹਿੰਦਾ ਸੀ, ਕਦੇ ਕਦੇ ਹੀ ਚੱਲਦਾ। ਮੈਨੂੰ ਇਹ ਸੀ ਕਿ ਜੇ ਮੈਂ ਉਸ ਨੂੰ ਆਪਣਾ ਕਾਲਿੰਗ ਵਾਲਾ ਨੰਬਰ ਦੇ ਦਿੰਦੀ ਤਾਂ ਉਹ ਹਰ ਸਮੇਂ ਚੱਲਦਾ ਰਹਿੰਦਾ, ਤਾਂ ਉਸਨੇ ਮੈਨੂੰ ਬਹੁਤ ਤੰਗ ਕਰਿਆ ਕਰਨਾ ਸੀ। ਖੈਰ, ਮੈਂ ਉਸ ਨੂੰ ਆਪਣੇ ਵੱਲੋਂ ਹਾਂਜੀ ਲਿਖ ਕੇ ਜਵਾਬ ਦਿੱਤਾ। ਉਸਨੇ ਸੀਨ ਕਰਕੇ ਛੱਡ ਦਿੱਤਾ। ਫਿਰ ਸ਼ਾਮ ਨੂੰ ਉਸਨੇ ਮੈਨੂੰ ਵੌਇਸ ਕਾਲ ਕਰ ਲਈ। ਜਸਕਰਨ ਬੋਲਿਆ, ਹੈਲੋ, ਹਾਂਜੀ ਕਿਵੇਂ ਹੋ? ਮੈਂ ਕਿਹਾ ਹਾਂਜੀ ਬਸ ਵਧੀਆ, ਤੁਸੀਂ ਦੱਸੋ? ਜਸਕਰਨ ਕਹਿੰਦਾ, ਤੁਸੀਂ ਕਾਲਿੰਗ ਲਈ ਹੋਰ ਨੰਬਰ ਰੱਖਦੇ ਹੋ? ਨੰਬਰ 'ਤੇ ਕਾਲ ਕਰਦਾ ਸੀ ਮੈਂ, ਲੱਗੀ ਨਹੀਂ। ਮੈਂ ਕਿਹਾ ਹਾਂਜੀ ਬਸ ਬਹੁਤਾ ਨਹੀਂ ਚੱਲਦਾ ਰੱਖਦੀ ਮੈਂ ਫ਼ੋਨ ਨੰਬਰ ਕਰਕੇ। ਜਸਕਰਨ ਕਹਿੰਦਾ, ਹੋਰ ਦੱਸੋ ਕੋਈ ਗੱਲਬਾਤ? ਮੈਂ ਕਿਹਾ ਬਸ ਠੀਕ ਹੈ, ਤੁਸੀਂ ਦੱਸੋ? ਜਸਕਰਨ ਕਹਿੰਦਾ, ਚਲੋ ਫਿਰ ਕਰਦਾ ਏ ਮੈਂ ਗੱਲ, ਕੰਮ ਕਰ ਲਵਾਂ ਮੈਂ। ਇੰਨਾ ਕਹਿ ਕੇ ਉਸਨੇ ਫ਼ੋਨ ਕੱਟ ਦਿੱਤਾ ਅਤੇ ਫਿਰ ਰਾਤ ਨੂੰ ਫ਼ੋਨ ਕਰ ਲਿਆ। ਪਹਿਲੀ ਵਾਰੀ ਮੈਂ ਕਿਸੇ ਮੁੰਡੇ ਨਾਲ ਰਾਤ ਨੂੰ ਗੱਲ ਕਰ ਰਹੀ ਸੀ। ਮੈਂ ਉਸ ਨੂੰ ਕਿਹਾ, ਤੁਸੀਂ ਸਵੇਰੇ ਫ਼ੋਨ ਕਰ ਲਿਓ, ਬਹੁਤ ਰਾਤ ਹੈ ਹੁਣ, ਤੁਸੀਂ ਵੀ ਥੱਕੇ ਹੋਏ ਹੋਣੇ ਆ, ਰੈਸਟ ਕਰੋ ਹੁਣ ਤੁਸੀਂ ਨਹਾ ਕੇ। ਮੈਡਮ ਜੀ, ਤੁਸੀਂ ਤਾਂ ਪਹਿਲੇ ਹੀ ਦਿਨ ਸਾਥ ਛੱਡ ਕੇ ਚੱਲਣ ਲਈ ਤਿਆਰ ਹੋ, ਜ਼ਿੰਦਗੀ ਕਿਵੇਂ ਲੰਘਾਓਗੇ? ਉਸਨੇ ਕਿਹਾ, ਨਹੀਂ ਐਦਾਂ ਦੀ ਕੋਈ ਗੱਲ ਨਹੀਂ, ਪਾਪਾ ਸੋਚਣਗੇ ਕਿ ਮਸਾਂ ਹੀ ਮੰਗਣੀ ਹੋਈ ਹੈ ਕੁੜੀ ਦੀ,
ਇਹ ਤਾਂ ਫੋਨ ਹੀ ਨਹੀਂ ਛੱਡਦੀ। ਮੈਂ ਜਵਾਬ ਦਿੱਤਾ। ਹੁਣ ਤੁਸੀਂ ਜਿਸ ਕਾਰਨ ਦੇ ਹੋ, ਹੁਣ ਕਿਹੜੀ ਗੱਲ ਦਾ ਡਰ ਹੈ? ਉਸਨੇ ਪੁੱਛਿਆ। ਨਹੀਂ, ਗੱਲ ਉਹ ਨਹੀਂ, ਤੁਸੀਂ ਦਿਨ ਵਿੱਚ ਫੋਨ ਕਰਿਓ, ਆਪਾਂ ਫੇਰ ਗੱਲਾਂ ਕਰਾਂਗੇ, ਵਧੀਆ ਨਹੀਂ ਲੱਗਦਾ। ਮੈਂ ਕਿਹਾ। ਲੱਗਦਾ ਤੁਸੀਂ ਮੈਨੂੰ ਗਲਤ ਸਮਝ ਲਿਆ, ਮੈਂ ਉਵੇਂ ਦਾ ਨਹੀਂ ਹੈਗਾ। ਜਸਕਰਨ ਨੇ ਕਿਹਾ। ਮੇਰੀ ਮਜਬੂਰੀ ਸਮਝੋ, ਦਿਨ ਵਿੱਚ ਗੱਲ ਕਰਦੇ ਹਾਂ, ਕਿਉਂਕਿ ਉੱਪਰ ਖੜੀ ਗੱਲ ਕਰਦੀ ਹਾਂ ਮੈਂ, ਹੇਠਾਂ ਗੱਲ ਨਹੀਂ ਹੋਣੀ, ਕਿਉਂਕਿ ਰੇਂਜ ਨਹੀਂ ਆਉਂਦੀ ਏਅਰਟੈਲ ਦੀ ਹੇਠਾਂ। ਨਾਲੇ ਦੂਜੀ ਗੱਲ, ਆਪਣੇ ਘਰ ਨਵਾਂ ਬਣਿਆ ਹੋਇਆ ਏ, ਤਾਂ ਕਰਕੇ ਅਜੇ ਚਾਰੇ ਪਾਸਿਓਂ ਖੁੱਲ੍ਹਾ ਪਿਆ ਏ, ਜੰਗਲਾ ਵੀ ਨਹੀਂ। ਲੋਕਾਂ ਨੇ ਫੋਨ ਚੱਲਦਾ ਦੇਖ ਕੇ ਮੈਨੂੰ ਗਲਤ ਸਮਝ ਲੈਣਾ ਏ। ਮੈਂ ਦੱਸਿਆ। ਠੀਕ ਹੈ ਜੀ, ਮਰਜ਼ੀ ਹੈ, ਕਹਿ ਕੇ ਉਸਨੇ ਫੋਨ ਕੱਟ ਦਿੱਤਾ ਅਤੇ ਮੈਂ ਹੇਠਾਂ ਆ ਕੇ ਸੌਂ ਗਈ। ਬਾਕੀ ਕਹਾਣੀ ਕੱਲ੍ਹ ਅਗਲੇ ਭਾਗ ਵਿੱਚ। ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਕਹਾਣੀ ਜ਼ਰੂਰ ਦੱਸਣਾ ਕਮੈਂਟ ਕਰਕੇ। ਇਹ ਇੱਕ ਸੱਚੀ ਕਹਾਣੀ ਹੈ ਜੋ ਕਿ ਰਮਨਦੀਪ ਕੌਰ ਰਿੰਮੀ ਵੱਲੋਂ ਲਿਖੀ ਗਈ ਹੈ।